सूचना कानून दी खत्म कीती धारा तहत भी लगभग 6 सालों तो हज़ारां दी गिणती विच मुकदमे दर्ज किए जाण दे तत्थ सामने आउण नाल कानून लागू करन वालियां संस्थावां दी नीयत लियाकत अते इंसाफ पसंदगी उत्ते सवाल खड़े होने सुभाविक ਹਨ। ਡੰਡੀ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ ਵੱਲੋਂ ਦਾਇਰ ਪਟੀਸ਼ਨ ਉੱਤੇ ਸੁਣਵਾਈ ਦੌਰਾਨ ਜਸਟਿਸ RF ਨਾਰੀਮਾਨ, ਜਸਟਿਸ KM ਜੋਸਫ ਅਤੇ ਜਸਟਿਸ BR ਗਵਾਈ ਦੇ ਡਿਵੀਜ਼ਨ ਬੈਂਚ ਨੇ ਕਿਹਾ ਕਿ ਇਹ ਹੈਰਾਨੀਜਨਕ ਅਤੇ ਤਕਲੀਫਦੇਹ ਹੈ। ਡੰਡੀ ਸੁਪਰੀਮ ਕੋਰਟ ਨੇ 24 ਮਾਰਚ 2015 ਨੂੰ ਸੂਚਨਾ ਕਾਨੂੰਨ ਦੀ ਧਾਰਾ 66A ਖਤਮ ਕਰਨ ਦਾ ਹੁਕਮ ਦਿੱਤਾ ਸੀ। ਡੰਡੀ ਫਰਵਰੀ 2019 ਵਿੱਚ ਸਰਕਾਰਾਂ ਨੂੰ ਮੁੜ ਨਿਰਦੇਸ਼ ਦਿੱਤੇ ਸਨ ਕਿ ਥਾਣਿਆਂ ਦੇ ਪੱਧਰ ਉੱਤੇ ਪੁਲਿਸ ਕਰਮਚਾਰੀਆਂ ਨੂੰ ਇਸ ਫੈਸਲੇ ਬਾਰੇ ਸੰਵੇਦਨਸ਼ੀਲ ਬਣਾਇਆ ਜਾਵੇ। ਡੰਡੀ ਇਸ ਦੇ ਬਾਵਜੂਦ ਇਸ ਧਾਰਾ ਦੇ ਖਤਮ ਕਰਨ ਤੋਂ ਪਹਿਲਾਂ ਕੇਵਲ 229 ਕੇਸ ਸਨ ਅਤੇ ਰੱਦ ਕਰਨ ਪਿੱਛੋਂ 1307 ਮੁਕੱਦਮੇ ਦਰਜ ਕਰ ਦਿੱਤੇ ਗਏ। ਡੰਡੀ ਇਸ ਧਾਰਾ ਤਹਿਤ ਅਪਮਾਨਜਨਕ ਸੁਨੇਹੇ ਪੋਸਟ ਕਰਨ ਵਾਲੇ ਸ਼ਖਸ ਨੂੰ 3 ਸਾਲ ਤੱਕ ਦੀ ਕੈਦ ਦੇ ਨਾਲ ਜੁਰਮਾਨਾ ਵੀ ਲਗਾਇਆ ਜਾ ਸਕਦਾ ਸੀ। ਡੰਡੀ ਇਸ ਦੀ ਦੁਰਵਰਤੋਂ ਨੂੰ ਦੇਖਦਿਆਂ ਸੁਪਰੀਮ ਕੋਰਟ ਨੇ ਧਾਰਾ 66A ਰੱਦ ਕਰ ਦਿੱਤੀ। ਡੰਡੀ ਸਰਕਾਰ ਵੱਲੋਂ ਪੇਸ਼ ਅਟਾਰਨੀ ਜਨਰਲ KK ਵੇਣੂਗੋਪਾਲ ਦਾ ਜਵਾਬ ਅਜੀਬ ਸੀ ਕਿ ਫੁੱਟਨੋਟ 'ਤੇ ਲਿਖਿਆ ਹੈ ਕਿ ਇਹ ਧਾਰਾ ਖਤਮ ਕੀਤੀ ਜਾ ਚੁੱਕੀ ਹੈ। ਡੰਡੀ ਪੁਲਿਸ ਅਧਿਕਾਰੀ ਧਾਰਾ ਪੜ੍ਹ ਕੇ ਮੁਕੱਦਮਾ ਦਰਜ ਕਰ ਦਿੰਦੇ ਹਨ ਅਤੇ ਫੁੱਟਨੋਟ ਪੜ੍ਹਨੋਂ ਰਹਿ ਜਾਂਦਾ ਹੈ। ਡੰਡੀ ਹੁਣ ਸਰਕਾਰ ਧਾਰਾ ਦੇ ਨਾਲ ਨਾਲ ਬ੍ਰੈਕਟ ਵਿੱਚ ਧਾਰਾ ਖਤਮ ਹੋ ਗਈ ਸ਼ਾਮਲ ਕਰ ਦੇਵੇਗੀ। ਡੰਡੀ ਅਦਾਲਤ ਨੇ 2 ਹਫ਼ਤਿਆਂ ਅੰਦਰ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਹੈ। ਡੰਡੀ ਕਾਨੂੰਨ ਦੇ ਮਾਮਲੇ ਵਿੱਚ ਇਹ ਵੱਡਾ ਮਸਲਾ ਹੈ। ਡੰਡੀ ਸੁਪਰੀਮ ਕੋਰਟ ਦੀ ਜੱਜਮੈਂਟ ਆਪਣੇ ਆਪ ਕਾਨੂੰਨੀ ਰੂਪ ਲੈ ਲੈਂਦੀ ਹੈ। ਡੰਡੀ ਅਜਿਹੇ ਮਾਮਲੇ ਵਿੱਚ ਕੋਈ ਅਧਿਕਾਰੀ ਜਾਣਕਾਰੀ ਨਾ ਹੋਣ ਦਾ ਬਹਾਨਾ ਲਗਾ ਕੇ ਲੋਕਾਂ ਦੀ ਜ਼ਿੰਦਗੀ ਨਾਲ ਖੇਡਣ ਦਾ ਹੱਕ ਹਾਸਲ ਨਹੀਂ ਕਰ ਸਕਦਾ। ਡੰਡੀ ਪਹਿਰਾ ਸੁਪਰੀਮ ਕੋਰਟ ਦੀ ਜੱਜਮੈਂਟ ਦੀ ਅਣਦੇਖੀ ਕਰਕੇ ਮੁਕੱਦਮੇ ਦਰਜ ਕਰਨ ਦੇ ਮਾਮਲੇ ਦੀ ਉੱਚ ਪੱਧਰੀ ਜਾਂ ਕਰਦਿਆਂ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਡੰਡੀ ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦਾ ਸਮਾਂ, ਪੈਸਾ ਅਤੇ ਸਮਾਜਿਕ ਰੁਤਬੇ ਨੂੰ ਠੇਸ ਪਹੁੰਚੀ ਹੈ, ਉਸ ਦੇ ਮੁਆਵਜ਼ੇ ਦੀ ਜ਼ਿੰਮੇਵਾਰੀ ਸਰਕਾਰਾਂ ਉੱਤੇ ਹੋਣੀ ਚਾਹੀਦੀ ਹੈ। ਡੰਡੀ ਅਜਿਹਾ ਕਰਨ ਨਾਲ ਸਰਕਾਰਾਂ ਅਤੇ ਅਧਿਕਾਰੀਆਂ ਦੇ ਕਾਨੂੰਨ ਨੂੰ ਲਾਗੂ ਕਰਨ ਦੇ ਮਾਮਲੇ ਵਿੱਚ ਸੰਵੇਦਨਸ਼ੀਲ ਹੋਣਗੀਆਂ। ਡੰਡੀ ਸਾਡੇ ਕਾਨੂੰਨੀ ਢਾਂਚੇ ਦੀ ਇਹ ਵੱਡੀ ਕਮਜ਼ੋਰੀ ਹੈ ਕਿ ਕਿਸੇ ਵੀ ਨਾਗਰਿਕ ਉੱਤੇ ਸਖਤ ਧਾਰਾਵਾਂ ਵਾਲੇ ਪਰਚੇ ਦਰਜ ਕਰ ਦਿੱਤੇ ਜਾਂਦੇ ਹਨ। ਸੰਬੰਧਿਤ ਵਿਅਕਤੀ ਨਿਰਦੋਸ਼ ਸਾਬਤ ਹੋ ਜਾਂਦਾ ਹੈ,
ਪਰ ਗਲਤ ਪਰਚਾ ਦਰਜ ਕਰਨ ਵਾਲੇ ਦੀ ਜ਼ਿੰਮੇਵਾਰੀ ਨਿਰਧਾਰਿਤ ਨਹੀਂ ਕੀਤੀ ਜਾਂਦੀ। ਡੈਂਡੀ ਕਾਨੂੰਨ ਦੀ ਇਹ ਕਮਜ਼ੋਰੀ ਦੂਰ ਕਰਕੇ ਪੁਲਿਸ ਨੂੰ ਜਵਾਬਦੇਹ ਬਣਾਇਆ ਜਾ ਸਕਦਾ ਹੈ। ਡੈਂਡੀ ਕੋਈ ਇੱਕ ਸੂਬਾ ਜਿੱਥੇ ਕਿਸਾਨ ਜਥੇਬੰਦੀਆਂ ਕੋਲ ਚੋਣਾਂ ਜਿੱਤਣ ਅਤੇ ਅਗਾਂਹਵਧੂ ਸਿਆਸੀ ਆਰਥਿਕ ਅਤੇ ਸਮਾਜਿਕ ਤਬਦੀਲੀ ਲਈ ਰਾਜ ਸੱਤਾ ਦੀ ਵਰਤੋਂ ਕਰਨ ਦਾ ਬਿਹਤਰੀਨ ਮੌਕਾ ਹੈ ਤਾਂ ਉਹ ਪੰਜਾਬ ਹੈ। ਡੈਂਡੀ ਇਸ ਤਰ੍ਹਾਂ ਪੰਜਾਬ ਹੋਰਨਾਂ ਸੂਬਿਆਂ ਲਈ ਚਾਨਣ ਮੁਨਾਰਾ ਬਣ ਸਕਦਾ ਹੈ। ਡੈਂਡੀ ਇਸ ਦਾ ਮਤਲਬ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਇਸ ਮੁੱਦੇ 'ਤੇ ਸੰਜੀਦਗੀ ਨਾਲ ਵਿਚਾਰ ਚਰਚਾ ਕਰਨੀ ਚਾਹੀਦੀ ਹੈ ਕਿ ਉਹਨਾਂ ਨੂੰ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ ਤਹਿਤ ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਲੜਨੀਆਂ ਚਾਹੀਦੀਆਂ ਹਨ। ਡੈਂਡੀ ਚੋਣਾਂ ਨਾ ਲੜਨ ਦਾ ਪੱਛਮੀ ਬੰਗਾਲ ਦਾ ਮਾਡਲ ਅਤੇ ਪੰਜਾਬ ਵਿੱਚ ਵੋਟਰਾਂ ਨੂੰ ਭਾਜਪਾ ਦੇ ਹੱਕ ਵਿੱਚ ਵੋਟਾਂ ਨਾ ਪਾਉਣ ਦੀ ਅਪੀਲ ਦੋ ਕਾਰਨਾਂ ਕਰਕੇ ਢੁਕਵੀਂ ਨਹੀਂ ਹੈ। ਪਹਿਲਾ ਇਹ ਕਿ ਪੰਜਾਬ ਵਿੱਚ ਭਾਜਪਾ ਦੀ ਸਿਆਸੀ ਹੈਸੀਅਤ ਮਾਮੂਲੀ ਹੈ ਅਤੇ ਦੂਜਾ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਦੀ ਤਾਕਤ ਪੱਛਮੀ ਬੰਗਾਲ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਡੈਂਡੀ ਉਹਨਾਂ ਨੂੰ ਚੰਗੀ ਤਰ੍ਹਾਂ ਸੋਚ ਵਿਚਾਰ ਕਰਕੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਬੇਦਾਗ ਦਿਆਨਤਦਾਰੀ ਅਤੇ ਬੌਧਿਕ ਕਾਬਲੀਅਤ ਵਾਲੇ ਕਿਸਾਨ ਮਜ਼ਦੂਰਾਂ ਦੇ ਨੁਮਾਇੰਦਿਆਂ ਦੀ 117 ਅਜਿਹੇ ਉਮੀਦਵਾਰਾਂ ਦੀ ਸੂਚੀ ਤਿਆਰ ਕਰਨੀ ਚਾਹੀਦੀ ਹੈ। ਇਸ ਸੂਚੀ ਵਿੱਚ ਇਸ ਅਨੁਪਾਤ ਦੇ ਹਿਸਾਬ ਨਾਲ ਬਹੁਤ ਹੀ ਸੂਝ-ਬੂਝ ਨਾਲ ਅਜਿਹੇ ਮਹਿਲਾ ਉਮੀਦਵਾਰ ਵੀ ਉਤਾਰਨੇ ਚਾਹੀਦੇ ਹਨ ਜਿਨ੍ਹਾਂ ਰਾਹੀਂ ਸਿਆਸਤ ਵਿੱਚ ਔਰਤਾਂ ਦੀ ਭੂਮਿਕਾ ਦੇ ਇੱਕ ਨਵੇਂ ਰੁਝਾਨ ਦੀ ਸ਼ੁਰੂਆਤ ਹੋ ਸਕੇ। ਡੈਂਡੀ ਹੋਰਨਾਂ ਪਾਰਟੀਆਂ ਨਾਲ ਸੰਬੰਧਿਤ ਕੁਝ ਵਿਅਕਤੀਗਤ ਉਮੀਦਵਾਰਾਂ ਦੀ ਹਮਾਇਤ ਕਰਨ ਬਾਰੇ ਕੁਝ ਛੱਡ ਛਡਾ ਹੋ ਸਕਦਾ ਹੈ ਜੋ ਸ਼ੁਰੂ ਤੋਂ 3 ਖੇਤੀ ਕਾਨੂੰਨਾਂ ਦਾ ਨਿੱਠ ਕੇ ਵਿਰੋਧ ਕਰ ਰਹੇ ਹਨ। ਡੈਂਡੀ ਅਜਿਹੇ ਉਮੀਦਵਾਰਾਂ ਦੀ ਹਮਾਇਤ ਲਈ ਉਹਨਾਂ ਦੇ ਪਾਰਟੀ ਸਬੰਧਾਂ ਵੱਲ ਤਵੱਜੋ ਨਹੀਂ ਦੇਣੀ ਚਾਹੀਦੀ, ਸਗੋਂ ਕਿਸਾਨ ਅੰਦੋਲਨ ਦੌਰਾਨ ਉਹਨਾਂ ਦੇ ਕਿਰਦਾਰ ਦਾ ਇੱਕਮਾਤਰ ਪੈਮਾਨਾ ਹੋਣਾ ਚਾਹੀਦਾ ਹੈ। ਡੈਂਡੀ ਇਸ ਵੇਲੇ ਪੰਜਾਬ ਦੇ ਮੁੱਖ ਕਿਸਾਨ ਆਗੂਆਂ ਦਾ ਰੁਤਬਾ ਸੂਬੇ ਦੀ ਕਿਸੇ ਵੀ ਸਿਆਸੀ ਪਾਰਟੀ ਦੇ ਕਿਸੇ ਵੀ ਆਗੂ ਨਾਲੋਂ ਵੱਡਾ ਹੈ। ਡੈਂਡੀ ਇੱਕ ਜਾਂ ਦੂਜੇ ਕਾਰਨ ਕਰਕੇ ਪੰਜਾਬ 'ਚ ਮੌਜੂਦਾ ਸਿਆਸੀ ਪਾਰਟੀਆਂ ਦੇ ਜ਼ਿਆਦਾਤਰ ਆਗੂਆਂ ਦਾ ਕੋਈ ਸਤਿਕਾਰ ਨਹੀਂ। ਡੈਂਡੀ ਇਹਨਾਂ 'ਚੋਂ ਕਿਸੇ ਵੀ ਆਗੂ ਕੋਲ ਪੰਜਾਬ ਨੂੰ ਚਹੁੰਮੁਖੀ ਬਰਬਾਦੀ ਦੇ ਆਲਮ ਵਿੱਚੋਂ ਕੱਢ ਕੇ ਬਿਹਤਰ ਜ਼ਿੰਦਗੀ ਤਾਮੀਰ ਕਰਨ ਦੀ ਨਾ ਸੋਝੀ ਹੈ ਨਾ ਹੀ ਜ਼ੇਰਾ ਹੈ। ਡੈਂਡੀ ਕਿਸਾਨ ਮਜ਼ਦੂਰ ਉਮੀਦਵਾਰਾਂ ਦੀ ਇਸ ਸੂਚੀ ਨੂੰ ਨਾ ਕੇਵਲ ਛੋਟੀ ਕਿਸਾਨੀ ਨੂੰ ਮਜ਼ਬੂਤ ਬਣਾਉਣ ਸਗੋਂ ਸਰਕਾਰੀ ਸਕੂਲ ਸਿੱਖਿਆ, ਜਨਤਕ ਸਿਹਤ, ਊਰਜਾ ਪੱਖੋਂ ਕੁਸ਼ਲ ਘਰ ਨਿਰਮਾਣ, ਸਾਈਕਲ ਦੀ ਵਧੇਰੇ ਵਰਤੋਂ ਤੇ ਕਾਰਾਂ 'ਤੇ ਨਿਰਭਰਤਾ ਘਟਾਉਣ ਵਾਲੀ ਜਨਤਕ ਟਰਾਂਸਪੋਰਟ ਅਤੇ ਸੜਕਾਂ ਦੇ ਨਵੇਂ ਡਿਜ਼ਾਈਨ ਤੇ ਵਾਤਾਵਰਨ ਦੇ ਲਿਹਾਜ਼ ਤੋਂ ਸਮੱਗਰੀ, ਸਾਈਕਲਾਂ ਲਈ ਉਚੇਚੇ ਮਾਰਗ ਅਤੇ ਸਾਈਕਲਾਂ ਦੀਆਂ ਨਵੀਆਂ ਦੁਕਾਨਾਂ ਤੇ ਰਿਪੇਅਰ ਕੇਂਦਰ
ਖੋਲ੍ਹਣੇ ਗ੍ਰੀਨ ਵਾਤਾਵਰਨ ਮੁਖੀ ਇਲੈਕਟ੍ਰੀਸ਼ਨਾਂ ਪਲੰਬਰਾਂ ਇਮਾਰਤ ਸਾਜ਼ਾਂ ਮੁੜ ਨਵਿਆਉਣਯੋਗ ਊਰਜਾ ਤਕਨੀਸ਼ਨਾਂ ਤੇ ਗ੍ਰੀਨ ਸਿੱਖਿਅਕਾਂ ਤੇ ਵਿੱਦਿਅਕ ਸੰਸਥਾਵਾਂ ਦੇ ਜ਼ਰੀਏ ਲੱਖਾਂ ਦੀ ਤਾਦਾਦ ਵਿੱਚ ਰੁਜ਼ਗਾਰ ਦੇ ਅਵਸਰ ਪੈਦਾ ਕਰਕੇ ਅਰਥਚਾਰੇ ਨੂੰ ਗ੍ਰੀਨ ਹੁਲਾਰਾ ਦਿੱਤਾ ਜਾਵੇ। ਡੰਡੀ ਸਾਰੇ ਦੇਸ਼ ਵਿੱਚ ਭੀਮਾ ਕੋਰੇਗਾਂਵ ਕੇਸ ਵਿੱਚ ਗ੍ਰਿਫਤਾਰ ਕੀਤੇ 84 ਸਾਲਾ ਬਿਰਧ ਪਾਦਰੀ ਸਟੈਨ ਸਵਾਮੀ ਦੀ ਮੌਤ ਬਾਰੇ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ। ਡੰਡੀ 21 ਮਈ 2021 ਨੂੰ ਬੰਬੇ ਹਾਈ ਕੋਰਟ ਵਿੱਚ ਹੋਈ ਸੁਣਵਾਈ ਦੌਰਾਨ ਉਸ ਨੇ ਕਿਹਾ ਸੀ, ਮੈਂ ਦੁੱਖ ਸਹਾਂਗਾ ਤੇ ਜੇ ਸਭ ਕੁਝ ਉੱਦਾਂ ਹੀ ਹੁੰਦਾ ਰਿਹਾ ਜਿਵੇਂ ਹੋ ਰਿਹਾ ਹੈ ਤਾਂ ਮੈਂ ਸ਼ਾਇਦ ਜਲਦੀ ਹੀ ਮਰ ਜਾਵਾਂਗਾ। ਡੰਡੀ ਉਸ ਦੀ ਮੰਗ ਸੀ ਕਿ ਉਸ ਨੂੰ ਅੰਤਰਿਮ ਜ਼ਮਾਨਤ ਦੇ ਕੇ ਰਾਂਚੀ ਆਪਣੇ ਲੋਕਾਂ ਕੋਲ ਜਾਣ ਦਿੱਤਾ ਜਾਵੇ। ਡੰਡੀ ਉਸ ਨੇ ਅਦਾਲਤ ਦੀ ਉਸ ਨੂੰ ਮੁੰਬਈ ਦੇ ਸਰਕਾਰੀ ਜੇ ਹਸਪਤਾਲ ਵਿੱਚ ਦਾਖਲ ਕਰਾਉਣ ਦੀ ਪੇਸ਼ਕਸ਼ ਠੁਕਰਾ ਕੇ ਤਲੌਜਾ ਜੇਲ੍ਹ ਵਿੱਚ ਰਹਿਣ ਨੂੰ ਤਰਜੀਹ ਦਿੱਤੀ ਸੀ। ਡੰਡੀ ਬਾਅਦ ਵਿੱਚ ਉਸ ਦੇ ਵਕੀਲ ਨੇ ਉਸ ਨੂੰ ਮੁੰਬਈ ਦੇ ਹੋਲੀ ਫੈਮਿਲੀ ਹਸਪਤਾਲ ਵਿੱਚ ਦਾਖਲ ਹੋਣ ਲਈ ਮਨਾ ਲਿਆ। ਡੰਡੀ ਉਸ ਨੇ ਸੋਮਵਾਰ ਇਸੇ ਹਸਪਤਾਲ 'ਚੋਂ ਹੀ ਇਸ ਦੁਨੀਆ ਤੋਂ ਵਿਦਾ ਲਈ। ਡੰਡੀ ਮੌਤ ਸਾਡੀ ਜ਼ਿੰਦਗੀ ਦੀ ਅਟੱਲ ਸੱਚਾਈ ਹੈ। ਡੰਡੀ ਸਭ ਨੇ ਇੱਕ ਨਾ ਇੱਕ ਦਿਨ ਇਸ ਦੁਨੀਆ ਤੋਂ ਤੁਰ ਜਾਣਾ ਹੈ, ਪਰ ਕੁਝ ਮੌਤਾਂ ਸਮਾਜ ਕੌਮਾਂ ਦੇਸ਼ਾਂ ਅਤੇ ਭਾਈਚਾਰਿਆਂ ਲਈ ਵੱਡੇ ਸਵਾਲ ਖੜ੍ਹੇ ਕਰ ਦਿੰਦੀਆਂ ਹਨ। ਡੰਡੀ ਸਟੈਨ ਸਵਾਮੀ ਦੀ ਮੌਤ ਵੀ ਅਜਿਹੀ ਮੌਤ ਹੈ। ਡੰਡੀ ਉਹ ਸਾਰੀ ਉਮਰ ਦੱਬੇ ਕੁਚਲੇ ਲੋਕਾਂ ਅਤੇ ਖਾਸ ਕਰਕੇ ਝਾਰਖੰਡ ਦੇ ਕਬਾਇਲੀ ਲੋਕਾਂ ਦੇ ਹੱਕਾਂ ਲਈ ਲੜਦਾ ਰਿਹਾ। ਡੰਡੀ ਉਸ ਨੇ ਨਾਜਾਇਜ਼ ਤੌਰ 'ਤੇ ਗ੍ਰਿਫਤਾਰ ਕੀਤੇ ਨੌਜਵਾਨਾਂ ਨੂੰ ਜੇਲ੍ਹ ਵਿੱਚੋਂ ਰਿਹਾ ਕਰਾਉਣ ਲਈ ਸੰਘਰਸ਼ ਕੀਤਾ। ਡੰਡੀ ਉਹ ਪਾਰਕਿਨਸੋਨਿਜ਼ਮ ਦੀ ਮਾਰੂ ਬਿਮਾਰੀ ਤੋਂ ਪ੍ਰਭਾਵਿਤ ਸੀ। ਉਸ ਦੇ ਹੱਥ ਕੰਬਦੇ ਸਨ ਅਤੇ ਉਸ ਨੂੰ ਪਾਣੀ ਪੀਣ ਅਤੇ ਖਾਣਾ ਖਾਣ ਵਿੱਚ ਮੁਸ਼ਕਲਾਂ ਪੇਸ਼ ਆਉਂਦੀਆਂ ਸਨ। ਡੰਡੀ ਕੋਈ ਵੀ ਸੂਝਵਾਨ ਵਿਅਕਤੀ ਦੱਸ ਸਕਦਾ ਹੈ ਕਿ ਲੋਕਾਂ ਲਈ ਕੁਰਬਾਨੀਆਂ ਕਰਨ ਵਾਲਾ ਅਜਿਹਾ ਬਜ਼ੁਰਗ ਕਿਸੇ ਦੇਸ਼ ਵਿਰੋਧੀ ਸਾਜ਼ਿਸ਼ ਦਾ ਹਿੱਸਾ ਨਹੀਂ ਹੋ ਸਕਦਾ। ਡੰਡੀ ਜਿਨ੍ਹਾਂ ਜੱਜਾਂ ਸਾਹਮਣੇ ਉਸ ਨੂੰ ਪੇਸ਼ ਕੀਤਾ ਗਿਆ, ਉਹ ਲਗਭਗ ਸਾਰੇ ਆਪਣੇ ਮਨ ਹੀ ਮਨ ਵਿੱਚ ਇਹੀ ਵਿਚਾਰ ਰੱਖਦੇ ਹੋਣਗੇ ਕਿ ਇਹ ਵਿਅਕਤੀ ਸਾਜ਼ਿਸ਼ਾਂ ਰਚਣ ਵਾਲਾ ਨਹੀਂ ਹੈ। ਉਸ ਨੂੰ ਗ੍ਰਿਫਤਾਰ ਕਰਨ ਵਾਲਿਆਂ ਵਿੱਚੋਂ ਬਹੁਤਿਆਂ ਦੇ ਨਿੱਜੀ ਵਿਚਾਰ ਵੀ ਇਸ ਧਾਰਨਾ ਤੋਂ ਵੱਖਰੇ ਨਹੀਂ ਹੋ ਸਕਦੇ। ਡੰਡੀ ਇਸ ਲਈ ਸਵਾਲ ਉੱਠਦਾ ਹੈ ਕਿ ਉਸ ਨੂੰ ਅਤੇ ਦੇਸ਼ ਦੇ 15 ਹੋਰ ਪ੍ਰਮੁੱਖ ਵਿਦਵਾਨਾਂ, ਲੇਖਕਾਂ, ਚਿੰਤਕਾਂ, ਵਕੀਲਾਂ, ਕਲਾਕਾਰਾਂ ਅਤੇ ਸਮਾਜਿਕ ਕਾਰਕੁਨਾਂ ਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ ਹੈ। ਡੰਡੀ ਨਿਆਂ ਅਧਿਕਾਰੀਆਂ ਨੂੰ ਇਸ ਪ੍ਰਸ਼ਨ ਦਾ ਸਾਹਮਣਾ ਵੀ ਕਰਨਾ ਪੈਣਾ ਹੈ ਕਿ ਉਹਨਾਂ ਨੂੰ ਅੰਤਰਿਮ ਜ਼ਮਾਨਤ ਕਿਉਂ ਨਹੀਂ ਦਿੱਤੀ ਜਾ ਸਕਦੀ। ਡੰਡੀ ਇਹ ਸਵਾਲ ਵੀ ਪੁੱਛਿਆ ਜਾ ਰਿਹਾ ਹੈ ਕਿ
ਕਿ ਇਹ ਮੌਤ ਜਾਂਚ ਅਧਿਕਾਰੀਆਂ ਨਿਆਂ ਪ੍ਰਬੰਧ ਨਾਲ ਸੰਬੰਧਿਤ ਜੱਜਾਂ ਅਤੇ ਵਕੀਲਾਂ ਤਫਤੀਸ਼ ਏਜੰਸੀਆਂ ਦੇ ਮੁਖੀਆਂ ਅਤੇ ਸਿਆਸੀ ਆਗੂਆਂ ਦੇ ਮਨਾਂ ਆਤਮਾਵਾਂ ਨੂੰ ਝੰਜੋੜੇਗੀ ਜਾਂ ਨਹੀਂ। ਡੰਡੀ ਕਿਸਾਨ ਅੰਦੋਲਨ ਦੇ ਕੌਮਾਂਤਰੀ ਪੱਧਰ 'ਤੇ 3 ਸਿੱਟੇ ਉੱਭਰ ਕੇ ਸਾਹਮਣੇ ਆ ਰਹੇ ਹਨ। ਖੇਤੀ ਕਾਰੋਬਾਰ ਦੇ ਏਜੰਡੇ ਨੂੰ ਪਿਛਾਂਹ ਹਟਣਾ ਪਿਆ ਅਤੇ ਵਾਤਾਵਰਨ ਹੰਢਣਸਾਰਤਾ ਤੇ ਖੁਰਾਕ ਸੁਰੱਖਿਆ ਲਈ ਛੋਟੀਆਂ ਖੇਤੀ ਜੋਤਾਂ ਅਤੇ ਪਰਿਵਾਰਕ ਖੇਤੀ ਜੋਤਾਂ ਦਾ ਬਚਾਓ ਹੋਇਆ ਹੈ। ਕੌਮੀ ਪੱਧਰ 'ਤੇ ਸੰਘਵਾਦ ਲੋਕ ਰਾਜ ਅਤੇ ਮਨੁੱਖੀ ਹਕੂਕ ਯਕੀਨੀ ਬਣਾਉਣ ਲਈ ਭਾਜਪਾ ਨੂੰ ਹਰਾਉਣਾ ਅਤੇ ਖੇਤਰੀ ਤੌਰ 'ਤੇ ਪੰਜਾਬ ਵਿੱਚ ਇੱਕ ਦੂਜੇ ਨਾਲ ਜੁੜੇ ਸਾਂਝੀਵਾਲਤਾ ਅਤੇ ਵਾਤਾਵਰਨ ਮੁਖੀ ਤਹਿਜ਼ੀਬ ਵੱਲ ਕਦਮ ਪੁੱਟਣ ਵਾਸਤੇ ਕਿਸਾਨੀ ਅਤੇ ਕੁਦਰਤ ਦੀ ਰਾਖੀ ਕੀਤੀ ਜਾਵੇ। ਡੰਡੀ ਕਿਸਾਨ ਮੋਰਚੇ 'ਚੋਂ ਵਿਗਸੇ ਇਹਨਾਂ 3 ਅੰਤਰ ਸੰਬੰਧਿਤ ਸਿੱਟਿਆਂ ਦੀ ਲੋਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਾ ਇਹ ਤਵਾਰੀਖੀ ਫਰਜ਼ ਹੈ ਕਿ ਉਹ ਸੁਲਝੀ ਤੇ ਅਗਾਂਹ ਵਧੂ ਚੋਣ ਰਣਨੀਤੀ ਤਿਆਰ ਕਰਨ ਜੋ ਇਹ ਯਕੀਨ ਬਣਾਵੇ ਕਿ ਇਹ 3 ਇੱਛਤ ਨਤੀਜੇ ਸਾਕਾਰ ਹੋ ਸਕਣ। ਡੰਡੀ ਕਿਸਾਨਾਂ ਦੇ ਕਿਸੇ ਹਿੱਸੇ ਦਾ ਇਹ ਵਿਚਾਰ ਹੋ ਸਕਦਾ ਹੈ ਕਿ ਸਿਆਸਤ ਗੰਦੀ ਖੇਡ ਹੈ ਤੇ ਉਹਨਾਂ ਨੂੰ ਪਾਰਟੀ ਤੇ ਚੁਣਾਵੀ ਸਿਆਸਤ ਤੋਂ ਦੂਰ ਰਹਿਣਾ ਚਾਹੀਦਾ ਹੈ। ਉਹਨਾਂ ਨੂੰ ਕਾਨੂੰਨ ਰੱਦ ਕਰਾਉਣ ਅਤੇ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਜ਼ਾਮਨੀ ਦੀਆਂ ਆਰਥਿਕ ਮੰਗਾਂ ਤੱਕ ਹੀ ਸੀਮਤ ਰਹਿਣਾ ਚਾਹੀਦਾ ਹੈ। ਡੰਡੀ ਭਾਰਤ ਅਤੇ ਪੰਜਾਬ ਵਿੱਚ ਵੀ ਜ਼ਿਆਦਾਤਰ ਸਿਆਸੀ ਪਾਰਟੀਆਂ ਦੇ ਕਾਰ ਵਿਹਾਰ ਨੂੰ ਦੇਖਦਿਆਂ ਉਹਨਾਂ ਦਾ ਮੌਜੂਦਾ ਸਿਆਸਤ ਬਾਰੇ ਨਜ਼ਰੀਆ ਕੁਝ ਹੱਦ ਤੱਕ ਠੀਕ ਹੋ ਸਕਦਾ ਹੈ, ਕਿਉਂਕਿ ਇਹਨਾਂ ਪਾਰਟੀਆਂ ਦਾ ਮੁੱਖ ਮਕਸਦ ਰਾਜ ਸੱਤਾ ਹਾਸਲ ਕਰਨ ਅਤੇ ਆਪਣੇ ਲਈ ਧਨ ਦੌਲਤ ਇਕੱਤਰ ਕਰਨਾ ਹੀ ਹੈ। ਡੰਡੀ ਉਂਝ ਕਿਸਾਨ ਆਗੂਆਂ ਵੱਲੋਂ ਲੋਕਤੰਤਰ ਭਾਵੇਂ ਬੁਰਜਵਾ ਲੋਕਤੰਤਰ ਹੀ 'ਚ ਚੋਣਾਂ ਦੀ ਅਹਿਮੀਅਤ ਨੂੰ ਛੁਟਿਆ ਕੇ ਦੇਖਣਾ ਗਲਤੀ ਹੋਵੇਗੀ। ਡੰਡੀ ਅਰਥਚਾਰੇ ਸਿਆਸਤ ਸੱਭਿਆਚਾਰ ਸਿੱਖਿਆ ਸਿਹਤ ਤੇ ਆਮ ਲੋਕਾਂ ਦੀ ਭਲਾਈ ਨੂੰ ਵਿਉਂਤਣ ਵਿੱਚ ਸਟੇਟ ਦੀ ਬਹੁਤ ਹੀ ਅਹਿਮ ਭੂਮਿਕਾ ਹੁੰਦੀ ਹੈ। ਡੰਡੀ ਕੇਰਲ ਦੇ ਤਜਰਬੇ ਅਤੇ ਕੁਝ ਹੱਦ ਤੱਕ ਪੰਜਾਬ ਦੇ ਤਜਰਬੇ ਤੋਂ ਪਤਾ ਲੱਗਦਾ ਹੈ ਕਿ ਭਾਰਤ ਵਿੱਚ ਵੀ ਸਟੇਟ ਦੀ ਇਹ ਭੂਮਿਕਾ ਹਾਂ ਪੱਖੀ ਹੋ ਸਕਦੀ ਹੈ ਅਤੇ ਮਨੁੱਖੀ ਹੱਕਾਂ ਦੇ ਲਿਹਾਜ਼ ਤੋਂ ਗੁਜਰਾਤ ਅਤੇ ਉੱਤਰ ਪ੍ਰਦੇਸ਼ ਜਿਹੇ ਹੋਰਨਾਂ ਸੂਬਿਆਂ ਦੇ ਤਜਰਬੇ ਅਤੇ ਕੁਝ ਹੱਦ ਤੱਕ ਪੰਜਾਬ ਦੇ ਤਜਰਬੇ ਤੋਂ ਵੀ ਪਤਾ ਲੱਗਦਾ ਹੈ ਕਿ ਇਹ ਭੂਮਿਕਾ ਨਾ ਪੱਖੀ ਵੀ ਹੋ ਸਕਦੀ ਹੈ। ਡੰਡੀ ਜਿੱਥੋਂ ਤੱਕ 3 ਖੇਤੀ ਕਾਨੂੰਨ ਰੱਦ ਕਰਾਉਣ ਅਤੇ MSP ਜਿਹੀਆਂ ਆਰਥਿਕ ਮੰਗਾਂ ਤੱਕ ਮਹਿਦੂਦ ਰਹਿਣ ਦਾ ਸਵਾਲ ਹੈ ਤਾਂ ਇਹ ਸਟੈਂਡ ਵੀ ਬਹੁਤ ਤਿਲਕਵਾਂ ਤੇ ਬਹੁਤ ਜ਼ਿਆਦਾ ਜੋਖਮ ਭਰਪੂਰ ਹੈ। ਡੰਡੀ ਅਸੀਂ ਇਹ ਸੰਭਾਵਨਾ ਮੁੱਢੋਂ ਰੱਦ ਨਹੀਂ ਕਰ ਸਕਦੇ ਕਿ ਭਾਜਪਾ ਸਰਕਾਰ 2024 ਦੀਆਂ ਆਮ ਚੋਣਾਂ ਤੋਂ ਐਨ ਪਹਿਲਾਂ ਕਿਸਾਨਾਂ ਦੀਆਂ ਮੰਗਾਂ ਸਵੀਕਾਰ ਕਰ ਸਕਦੀ ਹੈ ਅਤੇ ਫਿਰ ਜ਼ਬਰਦਸਤ ਮੀਡੀਆ
ਪ੍ਰਚਾਰ ਮੁਹਿੰਮ ਚਲਾਵੇ ਕਿ ਪ੍ਰਧਾਨ ਮੰਤਰੀ ਮੋਦੀ ਕਿਸਾਨਾਂ ਨੂੰ ਕਿੰਨਾ ਪਿਆਰ ਕਰਦੇ ਹਨ ਕਿ ਉਹਨਾਂ ਖੇਤੀ ਕਾਨੂੰਨਾਂ ਦੇ ਲਾਹੇਵੰਦ ਹੋਣ ਦੀ ਸਮਝ ਦੇ ਬਾਵਜੂਦ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰ ਲਈਆਂ। ਡੈਂਡੀ ਉਸ ਸੂਰਤ ਵਿੱਚ ਕਿਸਾਨ ਜਥੇਬੰਦੀਆਂ ਕੋਲ ਸਰਕਾਰ ਦੀ ਆਲੋਚਨਾ ਕਰਨ ਦਾ ਕੋਈ ਬਹਾਨਾ ਨਹੀਂ ਹੋਵੇਗਾ ਤੇ ਭਾਜਪਾ ਇੱਕ ਵਾਰ ਫਿਰ ਸੱਤਾ ਵਿੱਚ ਆ ਕੇ ਖੇਤੀਬਾੜੀ ਕਿਸਾਨੀ ਸੰਘਵਾਦ ਫੈਡਰਲਿਜ਼ਮ ਅਤੇ ਲੋਕ ਰਾਜ ਲਈ ਤਬਾਹਕੁਨ ਸਿੱਟੇ ਲਿਆ ਸਕਦੀ ਹੈ। ਡੈਂਡੀ ਕਿਸਾਨ ਅੰਦੋਲਨ ਹੱਥੋਂ ਜ਼ਲਾਲਤ ਝਾਗਣ ਤੋਂ ਬਾਅਦ ਭਾਜਪਾ ਦੀ ਸੱਤਾ ਵਿੱਚ ਵਾਪਸੀ ਦੇ ਅਜਿਹੇ ਖੌਫਨਾਕ ਸਿੱਟੇ ਸਾਹਮਣੇ ਆ ਸਕਦੇ ਹਨ ਜਿਨ੍ਹਾਂ ਬਾਰੇ ਫਿਲਹਾਲ ਕਿਆਸ ਵੀ ਨਹੀਂ ਕੀਤਾ ਜਾ ਸਕਦਾ। ਡੰਡੀ ਜ਼ਿੰਦਗੀ ਬਹੁਤ ਖੂਬਸੂਰਤ ਹੈ ਡੈਂਡੀ, ਫਿਰ ਹਰ ਘੜੀ ਖੁਸ਼ੀ ਨਾਲ ਕਿਉਂ ਨਾ ਗੁਜ਼ਾਰੀ ਜਾਵੇ। ਡੈਂਡੀ ਹਰ ਪਲ ਅਤੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਸਵੇਰੇ ਸਵੇਰੇ ਆਪਣੇ ਘਰ ਦੇ ਵਿਹੜੇ ਅੰਦਰ ਟਹਿਲਦਿਆਂ ਆਨੰਦਮਈ ਵਾਲੀ ਅਵਸਥਾ ਵਿੱਚ ਕੁਝ ਸੋਚ ਰਹੀ ਸੀ। ਡੈਂਡੀ ਟਹਿਲਦੀ ਨੇ ਜਦੋਂ ਚੜ੍ਹਦੇ ਸੂਰਜ ਵੱਲ ਤੱਕਿਆ ਤਾਂ ਅੱਜ ਉਸ ਬੱਚੇ ਦੀ ਕਹਾਣੀ ਤਾਜ਼ਾ ਹੋ ਗਈ। ਡੈਂਡੀ ਗੱਲ 2017 ਦੀ ਹੈ। ਡੈਂਡੀ ਗਰਮੀਆਂ ਦੇ ਦਿਨ ਸਨ ਤੇ ਹਾੜ੍ਹ ਦਾ ਮਹੀਨਾ। ਡੈਂਡੀ ਘਰ ਦੇ ਕੰਮ ਕਾਜ ਵਿੱਚ ਰੁੱਝੀ ਹੋਈ ਸੀ। ਡੈਂਡੀ ਖੈਰ ਘਰ ਦੇ ਨਿੱਕੇ ਮੋਟੇ ਕੰਮ ਨਿਬੇੜ ਕੇ ਛੱਤ ਤੋਂ ਕੱਪੜੇ ਲਾਉਣ ਲਈ ਮਸਾਂ ਹੀ ਪੌੜੀਆਂ ਚੜ੍ਹੀ। ਡੈਂਡੀ ਬਹੁਤ ਥਕਾਵਟ ਮਹਿਸੂਸ ਹੋ ਰਹੀ ਸੀ। ਡੈਂਡੀ ਤਾਰ ਤੋਂ ਸੁੱਕੇ ਕੱਪੜੇ ਲਾਉਂਦੀ ਨੇ ਦੂਰ ਤੱਕ ਨਜ਼ਰ ਘੁਮਾਈ ਪਰ ਆਸੇ ਪਾਸੇ ਕੋਈ ਜੀਅ ਪਰਿੰਦਾ ਨਜ਼ਰ ਨਾ ਆਇਆ। ਡੈਂਡੀ ਸਿਖਰ ਦੁਪਹਿਰੇ ਸਾਹਮਣੇ ਸੜਕ 'ਤੇ ਵੀ ਕੋਈ ਟਾਵਾਂ ਟਾਵਾਂ ਵਾਹਨ ਹੀ ਲੰਘ ਰਿਹਾ ਸੀ। ਡੈਂਡੀ ਆਂਢ ਗੁਆਂਢ ਵੀ ਬਿਲਕੁਲ ਚੁੱਪ ਛਾਈ ਹੋਈ ਸੀ ਸਿਵਾਏ ਏਸੀ ਕੂਲਰ ਦੀ ਆਵਾਜ਼ ਤੋਂ। ਡੈਂਡੀ ਮੈਨੂੰ ਲੱਗਿਆ ਸ਼ਾਇਦ ਅੱਜ ਕੰਮ ਕਾਜ ਤੋਂ ਬਹੁਤ ਲੇਟ ਹੋ ਗਈ ਹਾਂ। ਡੈਂਡੀ ਸੁੱਕੇ ਕੱਪੜੇ ਲਿਆ ਕੇ ਮੈਂ ਵਰਾਂਡੇ ਵਿੱਚ ਦੀਵਾਨ 'ਤੇ ਰੱਖੇ। ਡੈਂਡੀ ਸਮਾਂ ਦੇਖਿਆ ਤਾਂ 1:45 ਹੋ ਚੁੱਕੇ ਸਨ। ਡੈਂਡੀ ਸੋਚਿਆ ਕੁਝ ਪਲ ਆਰਾਮ ਕਰ ਲਵਾਂ। ਡੈਂਡੀ ਕਮਰੇ ਵਿੱਚ ਆਈ ਤਾਂ ਪੁੱਤਰ ਏਸੀ ਦੀ ਠੰਡੀ ਹਵਾ ਵਿੱਚ ਆਪਣੀਆਂ ਕਿਤਾਬਾਂ ਖੁੱਲ੍ਹੀਆਂ ਹੀ ਛੱਡ ਕੇ ਘੂਕ ਸੁੱਤਾ ਪਿਆ ਸੀ। ਡੈਂਡੀ ਸੁੱਤੇ ਹੋਏ ਬੱਚੇ 'ਤੇ ਮੋਹ ਉਛਲਿਆ ਤਾਂ ਮੈਂ ਉਹਦੇ ਨਾਲ ਹੀ ਲੇਟਣ ਦਾ ਮਨ ਬਣਾ ਲਿਆ ਅਤੇ ਖਿਲਰੀਆਂ ਕਿਤਾਬਾਂ ਠੀਕ ਕਰਨ ਲੱਗੀ। ਡੈਂਡੀ ਇੰਨੇ ਨੂੰ ਬਾਹਰੋਂ ਕੰਨਾਂ ਵਿੱਚ ਬੜੀ ਕੋਮਲ ਜਿਹੀ ਆਵਾਜ਼ ਪਈ। ਡੈਂਡੀ ਧਿਆਨ ਨਾਲ ਸੁਣਿਆ ਤਾਂ ਇਹ ਆਵਾਜ਼ ਘਰ ਦੀ ਪਿਛਲੀ ਗਲੀ 'ਚੋਂ ਆ ਰਹੀ ਸੀ। ਡੈਂਡੀ ਪਿਛਲਾ ਦਰਵਾਜ਼ਾ ਖੋਲ੍ਹਿਆ। 13 ਕੁ ਸਾਲਾਂ ਦਾ ਲੜਕਾ ਸਾਈਕਲ 'ਤੇ ਕੁਰਸੀਆਂ ਮੇਜ਼ ਲੱਦ ਚੁਰਾਹੇ 'ਚ ਖੜ੍ਹਾ ਸੀ। ਡੈਂਡੀ ਆਸੇ ਪਾਸੇ ਸਭ ਘਰਾਂ ਦੇ ਦਰਵਾਜ਼ੇ ਬੰਦ ਸਨ। ਮੈਨੂੰ ਦੇਖਣ ਸਾਰ ਉਹਨੇ ਸਾਈਕਲ ਮੇਰੇ ਘਰ ਵੱਲ ਮੋੜ ਲਿਆ। ਡੈਂਡੀ ਮੇਰੇ ਦਿਲ ਵਿੱਚੋਂ ਠੰਡਾ ਜਿਹਾ ਹੌਂਕਾ ਨਿਕਲਿਆ। ਪਤਾ ਨਹੀਂ ਕਿਸ ਦਾ ਲਾਲ ਹੈ ਇਹ। ਉਹ ਬੜੀ ਮੁਸ਼ਕਲ ਨਾਲ ਸਾਈਕਲ ਰੇੜ੍ਹ ਕੇ ਲਿਆਇਆ। ਡੈਂਡੀ ਉਹਦੇ ਸੁੱਕੇ ਬੁੱਲ੍ਹ ਕੁਮਲਾਇਆ ਚਿਹਰਾ
ਤੇ ਪੈਰਾਂ ਵਿੱਚ ਹਲਕੀ ਪਲਾਸਟਿਕ ਦੇ ਸਲੀਪਰ ਉਹਦੇ ਕੋਮਲ ਪੈਰਾਂ ਨੂੰ ਸ਼ਾਇਦ ਹੋਰ ਮਚਾ ਰਹੇ ਸਨ। ਡੈਂਡੀ ਸਾਈਕਲ ਉਹਨੇ ਕੰਧ ਦੇ ਪਰਛਾਵੇਂ ਜਿਹੇ 'ਚ ਖੜ੍ਹਾ ਕੀਤਾ ਅਤੇ ਆਪ ਪੱਧਰ ਦੀ ਥੜੀ 'ਤੇ ਬੈਠ ਗਿਆ। ਡੈਂਡੀ